ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਪਾਠ ਦੂਜਾ, ਮਹੱਲਾ ਪਹਿਲਾ। ਨਾਨਕ ਗੁਰੂ ਨ ਚੇਤਨੀ, ਮਨ ਆਪਣੇ ਸੁਚੇਤ। ਛੁੱਟੇ ਤਿਲ ਬੁਆੜ ਜੂੰ, ਸੁਨੇ ਅੰਦਰ ਖੇਤ। ਖੇਤੇ ਅੰਦਰ ਛੁੱਟਿਆ, ਕਹੋ ਨਾਨਕ ਸੋਹਨਾ। ਫਲੀਏ ਫੁਲੀਏ ਬੱਪੜੇ, ਪੀਤਨ ਵਿੱਚ ਸੁਹਾ। ਇਹ ਤੀਜੀ ਪੌੜੀ ਆ ਗਈ ਭਾਈ ਆਸਾ ਕੀ ਵਾਰ ਦੀ। ਪਹਿਲਾਂ ਆਪਾਂ ਦੋ ਵਿਚਾਰੀਆਂ ਸੀਗੀਆਂ। ਇੱਥੇ ਸਤਿਗੁਰ ਸਮਝਾਉਂਦੇ ਨੇ, ਸਤਿਗੁਰ ਜਾਗਦਾ ਹੈ ਦਿਓ। ਅੰਤਰਾਤਮਾ ਦੀ ਆਵਾਜ਼ ਜਿਹੜੀ ਬਾਣੀ ਦੇ ਵਿੱਚ, ਇਸ ਨੂੰ ਸਤਿਗੁਰ ਵੀ ਆਖਿਆ, ਹਰ ਵੀ ਆਖਿਆ, ਰਾਮ ਵੀ ਆਖੇ, ਅਨੇਕਾਂ ਨਾਮ ਦੇ ਕੇ ਆਪਾਂ ਨੂੰ ਸਮਝਾਇਆ ਵੀ ਆਪਾਂ ਨੂੰ ਸਮਝ ਆ ਜੇ ਕਿਵੇਂ ਨਾ ਕਿਵੇਂ। ਅਤਰੀਬ ਦੁਨੀਆ ਨੂੰ ਜਾਣਾ ਆਪਾਂ। ਸੰਸਾਰੀ ਜੀਵ ਹਾਂ ਅਸੀਂ, ਬਾਹਰ ਮੁਖੀ ਹੈ, ਅਗਿਆਨੀ ਹੈ, ਮੰਨਦੇ ਆਪਦੇ ਆਪ ਨੂੰ ਗਿਆਨੀ। ਇਸ ਕਰਕੇ ਬਾਹਰ ਤੁਰੇ ਫਿਰਦੇ ਹਾਂ ਜੰਮਣ ਮਰਨ 'ਚ। ਬਾਣੀ ਸਾਡਾ ਜੰਮਣ ਮਰਨ ਕੱਟਦੀ ਹੈ, ਦਲਦਲ 'ਚੋਂ ਬਾਹਰ ਕੱਢਦੀ ਹੈ। ਅਸੀਂ ਦਲਦਲ ਦੇ ਵਿੱਚ ਨੂੰ ਜਾਣਾ ਚਾਹੁੰਦੇ। ਸਾਡਾ ਸੁਭਾਅ ਆ ਸੰਸਾਰੀ ਜੀਵਾਂ ਦੇ ਪਿੱਛੇ, ਜਿਵੇਂ ਆਪਾਂ ਵਿਚਾਰ ਕੀਤੀ ਸੁਭਾਅ ਬਾਰੇ, ਮਨ ਦੀਆਂ ਅਵਸਥਾ ਬਾਰੇ। ਕਲਯੁਗ ਮੇ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਈਏ ਧਿਆਨਾ। ਪਹਿਲਾਂ ਸਵਾਲ ਆਇਆ ਕਲਯੁਗ ਮੇ ਕੀਰਤਨ ਪ੍ਰਧਾਨਾ, ਫਿਰ ਉਦੋਂ ਬਾਅਦ ਜਵਾਬ ਆਇਆ। ਗੁਰਮੁਖ ਗੁਰਸਿੱਖ ਜਿਹੜੇ ਹੁੰਦੇ ਨੇ, ਜਿਹੜੇ ਧਿਆਨ ਲਾਉਂਦੇ ਨੇ। ਧਿਆਨ ਕੌਣ ਲਾਉਂਦੇ ਨੇ? ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਉਹ ਗੁਰਸਿੱਖ ਨੇ ਭਾਈ, ਜਿਹੜੇ ਬਾਣੀ ਨੂੰ ਵਿਚਾਰਦੇ ਰਹਿੰਦੇ ਨੇ, ਜਿਨ੍ਹਾਂ ਦਾ ਮਨ ਭਾਣੇ 'ਚ ਆ ਜਾਂਦਾ। ਉਹ ਫਿਰ ਜਿਹੜਾ ਹੈਗਾ ਧਿਆਨ ਲਾ ਕੇ ਸਿੱਖ ਸੰਗਤ ਨੂੰ ਸਮਝਾਉਂਦੇ ਨੇ। ਉਹ ਸਭ ਤੋਂ ਵੱਡੀ ਸੇਵਾ। ਆਪ ਜਪੇ ਅਵਰੇ ਨਾਮ ਜਪਾਵੇ, ਉਹ ਨਾਮ ਬਾਰੇ ਸਮਝਾਉਂਦੇ ਨੇ। ਭਗਤ ਗੁਰੂ ਸਾਹਿਬਾਨਾਂ ਦਾ ਇਹ ਮਾਰਗ ਹੈ। ਆਪਾਂ ਉਹਨਾਂ ਦੇ ਪਿੱਛੇ ਚੱਲ ਕੇ ਇਹ ਜਿਹੜਾ ਮਾਇਆ ਦਾ ਸਮੁੰਦਰ ਹੈ, ਭਵਸਾਗਰ ਹੈ, ਇਹ ਪਾਰ ਕਰਨਾ ਹੈ। ਆਪਣੀ ਮੱਤ ਨਾਲ ਤਾਂ ਆਪਾਂ ਇਹ ਕਰ ਨਹੀਂ ਸਕਦੇ। ਮਨ ਰੇ ਹਉਮੈ ਮੋਹ ਦੁੱਖ ਭਾਰੀ, ਇਹ ਭਵ ਜਲ ਜਗਤ ਨ ਜਾਈ ਤਰਣਾ। ਗੁਰਮੁਖ ਤਰ ਹਰ ਤਾਰੀ। ਹਰੀ ਦੀ ਕਥਾ ਹੈ ਭਾਈ। ਇਹ ਹਰ ਤੇ ਗਿਆਨ ਬਾਣੀ ਦੇ ਉਪਦੇਸ਼ ਨਾਲ ਆਪਾਂ ਇਹ ਪਾਰ ਕਰਨਾ ਹੈ। ਭਗਤਾਂ ਦੀ ਬਾਣੀ, ਗੁਰੂ ਸਾਹਿਬਾਨਾਂ ਦੀ ਬਾਣੀ, ਆਪਣੇ ਆਪਣੇ ਸਮੇਂ ਅਨੁਸਾਰ ਉਹਨਾਂ ਨੇ ਸੰਗਤ ਨੂੰ ਸਮਝਾਇਆ। ਭਗਤਾਂ ਨੇ ਆਪਣੇ ਸਮੇਂ, ਗੁਰੂ ਸਾਹਿਬਾਨਾਂ ਨੇ ਆਪਣੇ ਸਮੇਂ। ਅੱਜ ਆਪਣੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਆਪਾਂ ਇਹਦੇ ਲੜ ਲੱਗਣਾ ਹੈ। ਗੁਰ ਕੇ ਚਰਨ ਨੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰ ਕੇ ਚਰਨ ਹੁੰਦੇ ਆ ਬਾਣੀ। ਇਹ ਆਤਮਾ ਦੇ ਗੁਣ ਨੇ। ਆਪਾਂ ਪਿੱਛੇ ਵੀ ਵਿਚਾਰ ਕਰਦੇ ਆਉਂਦੇ ਹਾਂ ਔਰ ਕਰਦੇ ਰਹਾਂਗੇ ਜਦ ਤੱਕ ਸਤਿਗੁਰ ਇਹ ਕਿਰਪਾ ਕਰਨਗੇ। ਇਹ ਗੁਣਾਂ ਦੀ ਪ੍ਰਾਪਤੀ ਕਰਨੀ ਹੈ ਆਪਾਂ। ਆਤਮਾ ਦੇ ਗੁਣ ਕੀ ਨੇ ਔਰ ਸਰੀਰ ਦੇ ਗੁਣ ਕੀ ਨੇ? ਸਰੀਰ ਦੇ 32 ਸੁਲੱਖਣਾ ਮੰਨਦੇ ਹਾਂ ਆਪਾਂ ਪੂਰਨ, ਜਿਹੜੇ ਲੋਕ ਜਿਹਨੂੰ ਮੰਨਣ ਲੱਗ ਜਾਂਦੇ ਨੇ। ਪਰ ਭਗਤ ਨਾਮਦੇਵ ਜੀ ਕੀ ਸਮਝਾਉਂਦੇ ਨੇ 32 ਸੁਲੱਖਣਾ ਬਾਰੇ? ਪ੍ਰਣਵਤ ਨਾਮ ਦਿਓ, ਨੱਕ ਹੈ ਬਿਨਾ ਨਾ ਸੋਹੇ 32 ਸੁਲੱਖਣਾ। ਭਗਤ ਜੀ ਕਹਿੰਦੇ ਨੇ, ਜਿਨ੍ਹਾਂ ਨੇ ਨਾ ਕਹੇ ਤੋਂ ਭਾਵ ਨੱਕ ਦੀ ਗੱਲ ਨਹੀਂ ਹੈਗੀ ਇੱਥੇ। ਨਾ ਕਹੇ ਜਿਨ੍ਹਾਂ ਨੇ ਜਸ ਨਹੀਂ ਕੀਤਾ ਹਰੀ ਦਾ, ਚਾਹੇ ਉਹ ਸੰਸਾਰ ਉਹਨੂੰ 32 ਸੁਲੱਖਣਾ ਭਾਵੇਂ ਕਿੰਨਾ ਵੀ ਗਿਆਨੀ ਧਿਆਨੀ ਮੰਨਦਾ ਹੋਵੇ, ਉੱਥੇ ਨਹੀਂ ਪਹੁੰਚ ਸਕਦਾ ਉਹ। ਸੰਸਾਰ ਪਿਆ ਉਹਨੂੰ ਮੰਨਦਾ ਹੋਵੇ। ਬਾਣੀ ਆਪਾਂ ਨੂੰ ਦੋ ਹੀ ਪੱਖ ਸਮਝਾਉਂਦੀ ਹੈ। ਜੇ ਤੁਸੀਂ ਸੰਸਾਰ ਦੀਆਂ ਵਿੜਈਆਂ ਚਾਹੁੰਦੇ ਹੋ, ਫਿਰ ਉੱਥੇ ਨਹੀਂ ਜਾ ਸਕਦੇ। ਜੇ ਉੱਥੇ ਜਾਣਾ, ਫਿਰ ਇਹਦਾ ਤਿਆਗ ਕਰਨਾ ਪਊਗਾ। ਮਨ ਕੀ ਤਿਆਗੇ ਮੱਤੜੀ ਸੰਗ ਕੁਪਾਲੇ ਜਾਣ ਰਹੀ। ਆਪਾਂ ਉਹ ਕੀਰਤਨ ਦੀ ਵਿਚਾਰ ਕੀਤੀ ਸੀਗੀ। ਕਿਰਤੀ ਹੈ, ਕਿਰਤੀ ਹੈ ਭਾਈ। ਜਿਹੜਾ ਆਪਾਂ ਗੁਰੂ ਘਰਾਂ ਦੇ ਵਿੱਚ ਮਰਿਆਦਾ ਅਨੁਸਾਰ ਗਾਉਂਦੇ ਹਾਂ, ਉਹ ਰਾਗ ਹੈ। ਉਸ ਤੋਂ ਬਾਅਦ ਮਨ ਦੀ ਅਵਸਥਾ ਬਦਲਦੀ ਹੈ। ਗੁਰੂ ਘਰ ਜਾ ਕੇ ਪ੍ਰਾਪਤੀਆਂ ਕਰਨੀਆਂ ਆਪਾਂ। ਗੁਰੂ ਦੇ ਜਿਹੜਾ ਹੈਗਾ ਚਰਨਾਂ ਨਾਲ ਜੁੜ ਕੇ ਬਾਣੀ ਨੂੰ ਸੁਣ ਵਿਚਾਰ ਕੇ ਸਮਝ ਕੇ ਸਿਮਰਨ ਪ੍ਰਾਪਤ ਕਰਨਾ ਹੈ। ਸੋਝੀ ਪ੍ਰਾਪਤ ਕਰਨੀ ਸਿਮਰਨ ਤੋਂ ਭਾਵ। ਸੋਝੀ ਤੋਂ ਬਾਅਦ ਮਨ ਨੇ ਫਿਰ ਦੂਜੀ ਅਵਸਥਾ ਚਲੇ ਜਾਣਾ, ਜਿਹਨੂੰ ਆਪਾਂ ਪਿੱਛੇ ਸਮਝਾਇਆ ਵਾ, ਰਾਗ ਵੈਰਾਗ ਅਨੁਰਾਗ। ਅਨੁਰਾਗ ਹੁੰਦਾ ਲਾਸਟ ਪੌੜੀ। ਹੁਕਮ ਅਨੁਸਾਰੀ ਚੱਲਣ ਵਾਲਾ ਗੁਰਸਿੱਖ ਕੋਈ ਵੀ ਹੋ ਸਕਦਾ ਹੈ। ਉਹੀ ਭਗਤ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਸਮਝਾਇਆ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਮਨ ਆਪ ਹੀ ਸਿਆਣਾ ਬਣਿਆ ਹੋਇਆ। ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ ਆਪਣੀ,
ਉਹ ਸਤਿਗੁਰ ਜਾਗਤਾ ਹੈ ਤੇ ਉਹ ਹਰ ਇੱਕ ਜੂਨੀ 'ਚ ਜਾਗਦਾ ਹੈ। ਮਨ ਹਰ ਇੱਕ ਜੂਨੀ 'ਚ ਆ ਕੇ ਸੌਂ ਜਾਂਦਾ ਹੈ। ਪੌੜੀਆਂ ਚੜ੍ਹਦਾ ਚੜ੍ਹਦਾ ਉਹਦੀ ਕਿਰਪਾ ਨਾਲ ਮਨੁੱਖਾ ਦੇਹੀ ਤੱਕ ਅਸੀਂ ਆ ਜਾਂਦੇ, ਇੱਥੇ ਆ ਕੇ ਵਡਿਆਈ 'ਚ ਫਸ ਜਾਂਦੇ ਹਾਂ। ਜੇ ਆਪਾਂ ਪਿੱਛੇ ਲਈ ਸੀ ਪਹਿਲੜੀ ਲਾਮ ਬਾਰੇ ਵੀ ਗੱਲ ਕੀਤੀ ਸੀ, ਦਰਸ਼ਨ ਬਾਰੇ ਵੀ ਕੀਤੀ ਸੀ। ਇਹ 4 ਲਾਵਾਂ ਨੇ, 4 ਦਰਸ਼ਨ ਨੇ, 4 ਬਾਣੀਆਂ ਨੇ, 4 ਖਾਣੀਆਂ ਨੇ, 4 ਪਦਾਰਥ ਨੇ। ਇਹ ਸਮਝਣੇ ਨੇ ਆਪਾਂ, ਇੱਕ ਇੱਕ ਕਰਕੇ ਆਪਾਂ ਨੂੰ ਪ੍ਰਾਪਤ ਹੋਣਾ ਵਾ। ਲਾਵਾਂ ਨੇ, ਲਾਮ ਤੋਂ ਭਾਵ ਜੋੜਨਾ। ਜਦੋਂ ਪਹਿਲੀ ਲਾਮ ਹੋ ਜਾਂਦੀ ਭਾਵ ਗਿਆਨ ਹੋ ਜਾਂਦਾ ਹੈ। ਜਿਵੇਂ ਸੰਸਾਰੀ ਵੀ ਅਸੀਂ ਬੱਚਿਆਂ ਦਾ, ਧੀ ਪੁੱਤਾਂ ਦਾ ਵਿਆਹ ਕਰਦੇ ਹਾਂ, ਇੱਕ ਪਾਸਿਓਂ ਟੁੱਟਦਾ, ਇੱਕ ਪਾਸਿਓਂ ਜੁੜਦਾ ਹੈ। ਇਵੇਂ ਅਸੀਂ ਸੰਸਾਰ ਨਾਲ ਜਦੋਂ ਟੁੱਟਦੇ ਹਾਂ, ਮਾਇਆ ਨਾਲੋਂ ਆਪਦੇ ਮੂਲ ਨਾਲ ਜੁੜਦੀ ਆ ਆਤਮਾ, ਉਹਨੂੰ ਲਾਮ ਕਹਿੰਦੇ ਆ। ਪਰ ਉੱਥੇ ਗਿਆਨ ਚਾਹੀਦਾ ਹੈ। ਆਪਣੀ ਮੱਤ ਨਾਲ ਅਸੀਂ ਨਿਕਲ ਨਹੀਂ ਸਕਦੇ ਹੈਗੇ। ਗੁਰ ਕੀ ਮੱਤ ਲੈਣੀ ਹੈ, ਗਿਆਨ ਮੱਤ ਲੈਣੀ ਹੈ ਆਪਾਂ, ਫਿਰ ਪਾਰ ਨਿਕਲਾਂਗੇ। ਇੱਥੇ ਆਪਾਂ ਬਾਰ ਮਾਝ ਕੀ ਤਥਾ ਸ਼ਲੋਕ ਮਹਲਾ ਪਹਿਲਾ, ਮਲਕ ਮੁਰੀਦ ਤਥਾ ਚੰਦਰਾਲਾ। ਇਹ ਪਿੱਛੇ ਜੋਧੀਆਂ ਦੀਆਂ ਕਹਾਣੀਆਂ ਧੁਨੀਆਂ 'ਤੇ ਗਾਉਂਦੇ, ਪਰ ਉਹ ਸਾਡਾ ਵਿਸ਼ਾ ਨਹੀਂ ਹੈਗਾ। ਉਹ ਪਿੱਛੇ ਕਰ ਆਏ ਹਾਂ ਅਸੀਂ। ਹੁਣ ਤਾਂ ਅਸੀਂ ਸਿਰੇ ਦੀ ਪੌੜੀ 'ਤੇ ਖੜ੍ਹੇ ਹਾਂ। ਜਿਹੜੇ ਗੁਰਸਿੱਖ ਗੁਰਬਾਣੀ ਨੂੰ ਵਿਚਾਰ ਕਰ ਰਹੇ ਨੇ ਜਾਂ ਜੁੜੇ ਹੋਏ ਨੇ, ਭਾਣੇ ਦੇ ਵਿੱਚ ਰਹਿੰਦੇ ਨੇ, ਸਮਝ ਲਓ ਸਿਰੇ ਦੀ ਲਾਸਟ ਪੌੜੀ ਹੈ। ਇਦੂ ਗਾਂ ਤਾਂ ਆਪਾਂ ਆਪਦੇ ਘਰੇ ਹੀ ਜਾਣਾ ਵਾ। ਪਰ ਰੋਜ਼ ਪੜ੍ਹਦੇ ਵੀ ਹਾਂ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਐਸੇ ਗੁਰਸਿੱਖਾਂ ਦਾ ਕਿੰਨੇ ਹੋਰ ਨਿਕਲ ਜਾਂਦੇ ਨੇ। ਪਰ ਧਿਆਨ ਤਾਂ ਲੱਗੂ ਜੇ ਭਾਈ ਗਿਆਨ ਹੋਊਗਾ। ਜਿਹਦੇ ਨਾਲ ਆਪਾਂ ਧਿਆਨ ਲਾਉਣਾ, ਬਾਣੀ ਉਹਦੇ ਗਿਆਨ ਕਰਾਉਂਦੀ ਹੈ। ਗਿਆਨ ਤੋਂ ਬਿਨਾਂ ਕਿਵੇਂ ਧਿਆਨ ਲੱਗ ਜੂ। ਪਰ ਫਿਰ ਵੀ ਅਸੀਂ ਲਾਉਂਦੇ ਹਾਂ, ਸਾਰੇ ਧਰਮ ਲਾਈ ਜਾਂਦੇ। ਚਲੋ ਆਪਣਾ ਵਿਸ਼ਾ ਨਹੀਂ, ਆਪਾਂ ਕੀ ਕਰਨਾ ਵਾ। ਜੇ ਹੁਣ ਆਪਾਂ ਇਹ ਦੂਜੀ ਵਾਰ ਨੂੰ ਪੜ੍ਹੀਏ, ਸੋਹੀ ਕੀ ਧੁਨ ਗਾਵਣੀ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਸ਼ਲੋਕ ਮਹਲਾ ਪਹਿਲਾ, ਇਹ ਪਹਿਲੀ ਪਾਤਸ਼ਾਹ ਦੀ ਹੈ। ਗੁਰਦਾਤਾ ਗੁਰ ਹਿਵੇ ਘਰ, ਦੀਪਕ ਤਹਿ ਲੋਏ। ਜਿਹੜਾ ਗੁਰ ਸ਼ਬਦ ਦਾ ਗਿਆਨ ਹੈ, ਇਹ 3 ਲੋਕਾਂ ਦਾ ਦੀਵਾ ਹੈ। ਪਿੱਛੇ ਵੀ ਆਪਾਂ ਵਿਚਾਰ ਕੀਤੀ ਸੀ। ਲਾਲ ਦੇ ਵਿੱਚੋਂ ਜਿਵੇਂ ਲਾਈਟ ਨਿਕਲਦੀ ਹੈ, ਹੀਰੇ 'ਚੋਂ ਲਾਈਟ ਨਿਕਲਦੀ ਹੈ, ਗੁਰ ਸ਼ਬਦ ਦੇ ਵਿੱਚੋਂ ਪ੍ਰਕਾਸ਼ ਹੁੰਦਾ ਹੈ ਸਾਨੂੰ। ਗੁਰਸਾਖੀ ਜੋਤ ਪ੍ਰਗਟ ਹੋਇਆ, ਆਪਾਂ ਪਿੱਛੇ ਵਿਚਾਰ ਕੀਤੀ ਸੀ ਰਹਿਰਾਸ ਦੀ। ਗੁਰੂ ਦੀ ਸਿੱਖਿਆ ਲੈਂਦੇ ਲੈਂਦੇ ਗਿਆਨ ਦੀ ਜੋਤ ਪ੍ਰਗਟ ਹੁੰਦੀ ਹੈ। ਉਹਦੇ ਨਾਲ ਸਾਰਾ ਇਹ ਖੇਲ ਸਮਝ ਆਉਂਦਾ ਹੈ। ਸਾਨੂੰ ਐਂ ਪਤਾ ਲੱਗਦਾ ਸੀ ਮਾਇਆ ਪਾਰ ਕਰ ਜਾਂਦੇ ਹਾਂ। ਇੰਨੀ ਰਹਿਮਤ ਹੋ ਜਾਂਦੀ ਹੈ। ਕਰਨੀ ਆਪੋ ਆਪਣੀ, ਕਹਿ ਨੇੜੇ ਕਹਿ ਦੂਰ। ਜੇ ਤਾਂ ਆਪਾਂ ਗੁਰੂ ਅਨੁਸਾਰੀ ਚੱਲਦੇ ਹਾਂ, ਫਿਰ ਤਾਂ ਆਪਾਂ ਪਾਰ ਨਿਕਲ ਜਾਂਦੇ ਹਾਂ। ਜੇ ਆਪਾਂ ਆਪਦੀ ਮੱਤ ਨਾਲ ਚੱਲਦੇ ਹਾਂ, ਫਿਰ ਦੂਰ ਹੋ ਜਾਂਦੇ ਹਾਂ। ਬਾਣੀ ਉਹੀ ਦੂਰੀ ਤਾਂ ਆਪਣੀ ਖਤਮ ਕਰਦੀ ਹੈ। ਗੁਰ ਚੇਲੇ ਕੀ ਸੰਧ ਮਿਲਾਵੇ। ਚੇਲਾ ਵਾ ਮਨ, ਪਰ ਗੁਰੂ ਬਣਿਆ ਬੈਠਾ ਵਾ। ਥੋੜ੍ਹਾ ਜਿਹਾ ਗਿਆਨ ਹੋ ਜਾਂਦਾ, ਹੋਈਏ ਤਾਂ ਡਿੱਕਾ ਬਣ ਜਾਂਦਾ। ਨਹੀਂ ਭਾਈ, ਇਹ ਗਲਤੀ ਨਹੀਂ ਕਰਨੀ। ਗੁਰ ਤਾਂ ਦਾਤਾ ਹੈ, 3 ਲੋਕਾਂ ਦਾ ਦੀਪ ਹੈ। 3 ਲੋਕ ਮਾਇਆ ਪਾਰ ਕਰਨੇ ਨੇ ਆਪਾਂ। ਗੁਰਦਾਤਾ ਗੁਰ ਹਿਵੇ ਘਰ, ਸੀਤਲ ਘਰ ਹੈ ਉਹ, ਜਿੱਥੇ ਆਤਮਾ ਜਾ ਕੇ ਸ਼ਾਂਤ ਹੋ ਜਾਂਦੀ ਹੈ। ਕਬੀਰ ਮਨ ਸੀਤਲ ਪਿਆ, ਪਾਇਆ ਬ੍ਰਹਮ ਗਿਆਨ। ਇਹ ਐਸਾ ਬ੍ਰਹਮ ਗਿਆਨ ਹੈ ਭਾਈ, ਮਨ ਸ਼ਾਂਤ ਹੋ ਜਾਂਦਾ ਹੈ। ਧਿਆਨ ਦੀ ਦੁਨੀਆ 'ਚ ਪਹੁੰਚ ਜਾਂਦਾ ਹੈ। ਗਿਆਨ ਤੋਂ ਬਾਅਦ ਅਸੀਂ ਧਿਆਨ ਦੀ ਦੁਨੀਆ 'ਚ ਪਹੁੰਚ ਜਾਂਦੇ ਹਾਂ। ਉਹ ਫਿਰ ਧਿਆਨ ਹੀ ਲਾਉਣਾ। ਫਿਰ ਉਹ ਧਿਆਨ ਨਾਲ ਹੀ ਉਹ ਧੁਨ ਜਿਹੜੀ ਕਹਿੰਦੇ ਨਾ ਆਪਾਂ ਦੁਨੀਆ 'ਤੇ ਗਾਵਣਾ, ਉਹ ਧੁਨ ਫਿਰ ਉਹ ਬਾਣੀ ਦੀ ਸਾਨੂੰ ਸੁਣਦੀ ਹੈ। ਉਹ ਧੁਰਕੀ ਬਾਣੀ ਦੀ, ਜਿਹਨੂੰ ਨਾਦ ਵੀ ਕਿਹਾ ਹੈ, ਨਾਮ ਵੀ ਕਿਹਾ ਹੈ, ਉਹ ਤਾਂ ਸਾਡੀ ਪਕੜ 'ਚ ਹੀ ਨਹੀਂ ਹਲੇ ਹੈਗਾ। ਅਸੀਂ ਤਾਂ ਬਾਹਰ ਹੀ ਸਾਰੇ ਧਰਮ ਕਰਮ ਕਰੀ ਜਾਂਦੇ। ਨਹੀਂ ਭਾਈ, ਗਲਤੀ ਨਹੀਂ ਕਰਨੀ। ਇਹ ਅਵਸਥਾ ਦੇ ਨਾਂ ਨੇ, ਵਿਰੋਧ ਨਹੀਂ ਕਰਨਾ, ਇਹਨੂੰ ਵਿਚਾਰਨਾ। ਜੇ ਕੋਈ ਵਿਚਾਰੂਗਾ, ਉਹਨੂੰ ਪ੍ਰਾਪਤੀ ਨਾ ਹੋਵੇ, ਕਦੇ ਵੀ ਨਹੀਂ ਹੋ ਸਕਦਾ। ਗੁਰਦਾਤਾ ਗੁਰ ਹਿਵੇ ਘਰ, ਗੁਰ ਦੀਪਕ ਤਹਿ ਲੋਏ। ਅਮਰ ਪਦਾਰਥ ਨਾਨਕਾ, ਮਨ ਮਾਨੀਏ ਸੁਖ ਹੋਏ। ਅਮਰ ਹੋਣਾ ਆਤਮਾ ਨੇ, ਆਪਾਂ ਰੋਜ਼ ਵਿਚਾਰਦੇ ਹਾਂ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਜਿਹੜੇ ਸੁਣਦੇ ਵਿਚਾਰਨਗੇ, ਰਹਿਣਗੇ, ਅਮਰ ਹੋ ਜਾਣਗੇ। ਅਮਰ ਕਥਾ ਹੈ ਭਾਈ, ਕਾਲ ਉਹਨਾਂ ਨੂੰ ਛੋਹ ਨਹੀਂ ਸਕਦਾ। ਪਰ ਜੇ ਹੁਣ ਅਸੀਂ ਵਿਚਾਰਾਂਗੇ ਹੀ ਨਹੀਂ, ਅਸੀਂ ਗੁਰੂ ਸਾਹਿਬਾਨਾਂ ਨੂੰ ਹੀ ਉਪਦੇਸ਼ ਕਰਨ ਲੱਗ ਜਾਂਦੇ ਹਾਂ, ਤਾਂ ਫਿਰ ਸਾਨੂੰ ਕੀ ਪ੍ਰਾਪਤੀ ਹੋਣੀ ਆ ਭਾਈ। ਵੱਡੇ ਬਣ ਜਾਂਦੇ ਹਾਂ ਅਸੀਂ, ਦੂਏ ਨੂੰ ਉਪਦੇਸ਼ ਕਰਦੇ ਹਾਂ, ਆਪ ਨਹੀਂ ਕਮਾਈ ਕਰਦੇ। ਅਬਰ ਉਪਦੇਸੇ ਆਪ ਨਾ ਕਰੇ, ਫਿਰ ਕੀ ਲੱਗਦਾ ਸਾਨੂੰ ਦੁੱਖ ਜੰਮਣ ਮਰਨ ਦਾ। ਫਿਰ ਅਸੀਂ ਜੰਮਣ ਮਰਨ ਨੂੰ ਚਲੇ ਜਾਂਦੇ ਹਾਂ। ਆਪ ਕਮਾਈ ਕਰਨੀ ਆ ਭਾਈ। ਇਹੀ ਤਾਂ ਕਿਰਪਾ ਲੈਣੀ ਆ ਦਾਤੇ ਦੀ। ਅਮਰ ਪਦਾਰਥ ਨਾਨਕਾ, ਮਨ ਮਾਨੀਏ ਸੁਖ ਹੋਏ। 4 ਪਦਾਰਥ ਆਪਾਂ ਪਿੱਛੇ ਵੀ ਵਿਚਾਰੇ ਸੀ। ਗਿਆਨ, ਮੁਕਤੀ, ਨਾਮ, ਜਨਮ। ਇਹ ਇਕੱਲਾ ਇਕੱਲਾ ਕਰਕੇ ਆਪਾਂ ਨੂੰ ਪ੍ਰਾਪਤ ਹੋਣਾ। ਇਵੇਂ ਗੁਣ ਇਕੱਲੇ ਇਕੱਲੇ ਕਰਕੇ ਆਪਾਂ ਨੂੰ ਪ੍ਰਾਪਤ ਹੋਣੇ ਆ। ਗੁਣ ਵਿਚਾਰੇ ਗਿਆਨੀ ਸੋਏ। ਬਾਣੀ ਤੋਂ ਸਾਨੂੰ ਗੁਣਾਂ ਦੀ ਪ੍ਰਾਪਤੀ ਹੋਣੀ ਹੈ। ਪਹਿਲਾ ਗੁਣ ਕੀ ਸਾਨੂੰ ਮਿਲਣਾ, ਆਤਮਾ ਨੂੰ
ਅਭੈ ਪਦ ਨਿਰਭਉ, ਭੈ ਖਤਮ। ਜਦੋਂ ਭੈ ਖਤਮ ਹੋ ਜਾਂਦਾ ਫਿਰ ਨਿਰਵੈਰ ਹੋ ਜਾਂਦੀ ਹੈ। ਸੰਸਾਰ ਨਾਲ ਤਾਂ ਵੈਰ ਵਿਰੋਧ ਹੀ ਨਹੀਂ ਰਹਿੰਦਾ। ਫਿਰ ਕਾਲ ਤੋਂ ਮੁਕਤ, ਫਿਰ ਅਜੂਨੀ ਸਰੀਰ 'ਚ ਰਹਿੰਦੇ ਆ ਅਜੂਨੀ ਹੋ ਜਾਂਦੇ। ਸਰੀਰ ਨਾਲ ਪ੍ਰੇਮ ਨਹੀਂ ਰਹਿੰਦਾ। ਚਾਰੇ ਗੁਣਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ। ਗੁਣ ਸਾਡੇ 'ਚ ਕੋਈ ਨਹੀਂ ਹੁੰਦਾ, ਸਰੀਰ ਕਰਕੇ ਪੂਰਨ ਹੋ ਜਾਂਦੇ ਆ ਅਤੇ ਅਸੀਂ ਫਿਰ ਉਹਨੂੰ ਪ੍ਰਾਪਤੀ ਸਮਝਦੇ ਹਾਂ ਭਾਈ। ਫਿਰ ਉਹ 'ਚ ਤਾਂ ਹੰਕਾਰ ਹੀ ਪੈਦਾ। ਹੁਣ ਅਣਖ ਤਪੱਸਿਆ ਕਰੇ ਹੰਕਾਰ। ਦੇਖਦੇ ਹੀ ਹਾਂ ਜਿਵੇਂ ਸੰਸਾਰ 'ਚ ਪਿਛਲੀਆਂ ਪ੍ਰਚਲਿਤ ਮੱਤਾਂ ਆਪਾਂ ਪੜ੍ਹਦੇ ਆਏ ਹਾਂ, ਵਿਚਾਰਦੇ ਹਾਂ, ਆਪਾਂ ਵੀ ਕਰਦੇ ਹੀ ਆਏ ਹਾਂ। ਪਰ ਹੁਣ ਨਹੀਂ ਚੁੱਕਣਾ ਹੈਗਾ। ਜੇ ਚੁੱਕ ਗਏ ਫਿਰ ਚਲੇ ਜਾਵਾਂਗੇ। ਬਹੁਤ ਸਜਾਏ ਪਿਆ ਦੇਸ ਲੰਮੇ, ਫਿਰ ਲੰਬੇ ਦੇਸ ਚਲੇ ਜਾਵਾਂਗੇ ਜੰਮਣ ਮਰਨ ਨੂੰ। ਫਿਰ ਪਤਾ ਨਹੀਂ ਕਦ ਵਾਰੀ ਆਓ। ਕਰਮਹੀਣ ਕਰੇ ਬੇਨੰਤੀ, ਨਾਨਕ ਕਦ ਆਵੇ ਵਾਰੀ। ਆਓ ਭਾਈ ਸਾਰੇ ਮਿਲ ਕੇ ਇਹਨੂੰ ਸਮਝੀਏ। ਬਾਣੀ ਦਾ ਕੀ ਟਾਰਗੇਟ ਹੈ? ਸਾਨੂੰ ਦੁੱਖਾਂ ਤੋਂ ਛੁਟਕਾਰਾ। ਇਹ ਦੁੱਖ ਸਾਗਰ ਹੈ, ਭਵ ਸਾਗਰ ਹੈ, ਇੱਛਾ ਦਾ ਸਮੁੰਦਰ ਹੈ। ਇਹ ਕਿਵੇਂ ਪਾਰ ਕਰਾਂਗੇ ਅਸੀਂ? ਸਾਡੇ ਅੰਦਰ ਤਾਂ ਇੱਛਾ ਉੱਠਦੀਆਂ ਨੇ, ਅਸੀਂ ਕਿਵੇਂ ਰੋਕ ਲਾਂਗੇ? ਅਸੀਂ ਰੋਕਾਂਗੇ ਕਿਵੇਂ? ਜਿਵੇਂ ਪਾਣੀ ਟੁੱਟਦਾ ਕਿਤੇ, ਬੰਨ੍ਹ ਅਸੀਂ ਕਿਤੇ ਲਾਉਂਦੇ ਹਾਂ। ਇਹ ਜਿੱਥੋਂ ਇੱਛਾ ਉੱਠਦੀਆਂ ਨੇ ਉੱਥੋਂ ਹੀ ਬੰਨਣੀਆਂ ਨੇ। ਅਸੀਂ ਉੱਥੋਂ ਬੰਨ੍ਹ ਨਹੀਂ ਸਕਦੇ। ਅਸੀਂ ਉਹੀ ਸਤਿਗੁਰਾਂ ਨੇ ਸਮਝਾਇਆ। ਦੋ ਹੀ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਆਪਾਂ ਨੂੰ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਿੰਨੇ ਵੀ ਚੰਦਰਮਾ ਰੂਪ ਸੂਰਜ ਰੂਪ ਗੁਰੂ ਹੋਣ, ਆਪਦੇ ਆਪ ਨੂੰ ਵੱਡੇ ਕਹਾਉਂਦੇ ਹੋਣ, ਪਰ ਉੱਥੇ ਨਹੀਂ ਚਾਨਣਾ ਕਰ ਸਕਦੇ ਗੁਰ ਸ਼ਬਦ ਤੋਂ ਬਿਨਾਂ, ਜਿੱਥੇ ਹਨੇਰਾ ਸਾਡੇ। ਉਹ ਅੰਗਦ ਦੇਵ ਜੀ ਨੇ ਸਮਝਾਇਆ ਆਪਾਂ ਨੂੰ। ਪਰ ਆਪਾਂ ਜੇ ਸੁਣਾ ਬਚਾਵਾਂਗੇ ਫੇਰ ਹੀ ਕਿਰਪਾ ਹੋਊਗੀ ਭਾਈ, ਫਿਰ ਇਹ ਚਾਨਣ ਹੁੰਦਾ ਹੈ। ਉਹੀ ਸਤਿਗੁਰਾਂ ਨੇ ਸਮਝਾਇਆ। ਗੁਰਦਾਤਾ ਗੁਰ ਹੇਵੇ ਘਰ, ਗੁਰਦੀਪਕ ਤਹਿ ਲੋਏ। ਤਿੰਨ ਲੋਕਾਂ ਦਾ ਗਿਆਨ ਗੁਰ ਸ਼ਬਦ ਦੇ ਵਿੱਚੋਂ। ਚੌਥੀ ਤਾਂ ਅਸੀਂ ਮਾਇਆ ਪਾਰ ਕਰਕੇ ਆਪਦੇ ਘਰ ਪਹੁੰਚ ਜਾਂਦੇ, ਸੱਚਖੰਡ ਵਾਸੀ ਬਣ ਜਾਂਦੇ ਹਾਂ। ਪਰ ਅਸੀਂ ਤਾਂ ਪ੍ਰਾਪਤੀ ਸਾਰੀ ਸਰੀਰ ਕਰਕੇ ਸਮਝੀ ਬੈਠੇ ਹਾਂ। ਨਹੀਂ ਭਾਈ, ਆਤਮਾ ਕਰਕੇ ਹੋਣੀ ਹੈ ਇਹ। ਸਰੀਰ ਕਰਕੇ ਤਾਂ ਸਾਰੇ ਧਰਮ ਆਪਦੇ ਆਪ ਨੂੰ ਪੂਰਨ ਮੰਨਦੇ ਨੇ। ਸਰੀਰ ਤੋਂ ਪਰੇ ਦੀ ਗੱਲ ਹੈ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਹੁਣ ਇੱਥੇ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ ਵੀ ਜਿਹੜੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਅੰਤਰਾਤਮਾ ਨਾ ਧਰੀਵ ਦੁਨੀਆ 'ਚ ਨਹੀਂ ਜਾਂਦੇ, ਹਰ ਦੇ ਨਾਲ ਨਹੀਂ ਜੁੜਦੇ ਆਪਦੇ ਮੂਲ ਨਾਲ, ਫਿਰ ਕੀ ਹਾਲ ਹੁੰਦਾ ਉਹਨਾਂ ਦਾ? ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬਵਾੜ ਜਿਉਂ ਸੁੰਨੇ ਅੰਦਰ ਖੇਤ। ਜਿਵੇਂ ਬਵਾੜ ਦਾ ਬੂਟਾ, ਉਹ ਤਿਲਾਂ ਦਾ ਕਾਲੇ ਤਿਲ ਹੁੰਦੇ ਆ, ਉਹ 'ਚ ਬਹੁਤ ਫੈਲਦਾ ਤਾਂ ਬਹੁਤ ਆ ਉਹ, ਪਰ ਉਹ ਕਾਲੇ ਤਿਲ ਹੁੰਦੇ ਆ। ਉਹਨੂੰ ਮਾਲਕ ਕਿਸਾਨ ਖੇਤ 'ਚ ਹੀ ਛੱਡ ਦਿੰਦਾ ਉੱਥੇ। ਫਿਰ ਉਹਦਾ ਕੋਈ ਮਾਲਕ ਨਹੀਂ ਰਹਿੰਦਾ ਹੈ। ਕੋਈ ਵੀ ਲੈ ਜਾਵੇ। ਇਵੇਂ ਅਸੀਂ ਹੈ। ਸਾਡਾ ਜਦੋਂ ਕੋਈ ਗੁਰੂ ਹੀ ਨਹੀਂ, ਕੋਈ ਮਾਲਕ ਹੀ ਨਹੀਂ, ਸਾਡਾ ਪਿਓ ਹੀ ਨਹੀਂ, ਕਾਲ ਸਾਨੂੰ ਕਿਤੇ ਵੀ ਲੈ ਜਾਵੇ। ਪਰ ਸਾਡਾ ਜਿਹੜਾ ਗੁਰੂ ਹੈ ਉਹ ਤਾਂ ਮਾਇਆ ਤੋਂ ਉੱਪਰ ਬੈਠਾ ਹੈ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਬਾਣੀ ਮੁਕਤ ਹੈ, ਮਾਇਆ ਤੋਂ ਪਰੇ ਦੀ ਵਿਚਾਰ ਹੈ। ਜਿੱਥੋਂ ਆਤਮਾ ਟੁੱਟ ਕੇ ਆਈ ਆ, ਜੇ ਅਸੀਂ ਸੁਣਾਂਗੇ ਫਿਰ ਸਾਨੂੰ ਪਤਾ ਲੱਗੂਗਾ, ਫਿਰ ਸਾਨੂੰ ਗਿਆਨ ਹੋਊ। ਗਿਆਨ ਨਾਲ ਫਿਰ ਮਨ ਟਿਕ ਜੂਗਾ। ਨਹੀਂ ਤਾਂ ਫਿਰ ਉਹੀ ਹਾਲ ਹੋਊ ਆਪਣਾ। ਛੁੱਟੇ ਤਿਲ ਬਵਾੜ ਜਿਉਂ ਸੁੰਨੇ ਅੰਦਰ ਖੇਤ। ਜਿਹੜੇ ਗੁਰੂ ਨਾਲ ਬਰਾਬਰੀ ਕਰਦੇ ਨੇ, ਗੁਰੂ ਤੋਂ ਵੱਡਾ ਬਣਨਾ ਚਾਹੁੰਦੇ ਨੇ, ਆਪਦੀ ਮਤ ਨਾਲ ਨਵੇਂ ਨਵੇਂ ਰਾਹ ਕੈਟਾਗਰੀਆਂ ਕੱਢਦੇ ਨੇ, ਉਹਨਾਂ ਨੂੰ ਸਜ਼ਾ ਮਿਲਦੀ ਹੈ ਭਾਈ। ਪੜ੍ਹਿਆ ਹੋਵੇ ਗੁਨੇਗਾਰ ਤਾਂ ਉਮੀ ਸਾਧ ਨਾ ਮਾਰੀ। ਆ ਜਾਣਾ ਆਪਾਂ ਨੂੰ ਅੱਗੇ ਆਸਾ ਦੀ ਵਾਰ ਦੇ ਵਿੱਚ। ਇਹ ਗਲਤੀ ਨਹੀਂ ਕਰਨੀ ਹੈਗੀ। ਜੋ ਜੋ ਜਗਤ ਮੈਂ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋਂ ਚਲਾਉਣਾ। ਆਪਦੇ ਰਾਹ ਚਲਾ ਲੈਣੇ। ਆਪਦਾ ਜੀਵਨ ਤਾਂ ਖਰਾਬ ਕਰਦੇ ਹਾਂ, ਦੂਜਿਆਂ ਦਾ ਵੀ ਖਰਾਬ ਕਰਦੇ ਹਾਂ ਅਸੀਂ। ਫਿਰ ਉਹਦੀ ਸਜ਼ਾ ਤਾਂ ਮਿਲੂਗੀ। ਛੁੱਟੇ ਤਿਲ ਬਵਾੜ ਜਿਉਂ ਸੁੰਨੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਕਿਉਂ ਛੱਡਤਾ ਭਾਈ ਖੇਤ ਦੇ ਅੰਦਰ? ਸਤਿਗੁਰ ਸਮਝਾਉਂਦੇ ਆ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਉਹਦਾ ਮਾਲਕ ਨਹੀਂ ਕੋਈ ਪਈ ਹੈਗਾ, ਸੋ ਉਹਦਾ ਕੋਈ ਮਾਲਕ ਹੈ ਹੀ ਨਹੀਂ। ਉੱਥੇ ਛੱਡਤਾ, ਫਿਰ ਉਹਨੂੰ ਕੋਈ ਵੀ ਲੈ ਜੇ। ਇਵੇਂ ਫਿਰ ਆਪਾਂ ਨੂੰ ਕਾਲ ਲੈ ਜਾਂਦਾ ਵਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਨ। ਉਹੀ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ। ਪਹਿਲੀ ਪੌੜੀ ਦੇ ਵਿੱਚ ਪਹਿਲੀ ਪਾਤਸ਼ਾਹ ਜਦੋਂ ਸ਼ੁਰੂ ਹੁੰਦੀ ਹੈ, ਆਸਾ ਕੀ ਵਾਰ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਲਾਗੀ ਵਾਰ। ਇਹ ਇੱਕ ਇੱਕ ਪੌੜੀ ਨਾਲ ਜੁੜੀ ਹੋਈ ਹੈ। ਇਹ ਮੋਤੀ ਚਿਣੇ ਹੋਏ ਨੇ, ਪਰ ਸਾਨੂੰ ਸਮਝ ਨਹੀਂ ਆਉਂਦੀ। ਅਸੀਂ ਸੰਸਾਰੀ ਜੀਵ ਹਾਂ, ਬੁੱਧੀ ਘੱਟ ਹੈ ਬਹੁਤ। ਆਪਦੇ ਆਪ ਨੂੰ ਸਿਆਣੇ ਮੰਨ ਲੈਂਦੇ ਹਾਂ, ਪਰ ਬੁੱਧੀ ਬਹੁਤ ਘੱਟ ਹੈ। ਮੇਰੀ ਮਤ ਥੋੜ੍ਹੀ ਤੂੰ ਸਮਰੱਥ ਵੱਡਾ ਰਾਮ। ਜੋ ਥੋੜ੍ਹਾ ਬਹੁਤ ਗਿਆਨ ਹੁੰਦਾ ਹੈ, ਸਾਡੀ ਮਨ ਬੁੱਧੀ ਦਾ ਜਵਾਬ ਹੀ ਦੇ ਜਾਂਦੇ ਨੇ। ਇਹ ਤਾਂ ਆਪਦੀ ਮੱਤ ਹੀ ਛੱਡ ਜਾਂਦੇ ਨੇ। ਉਹੀ ਤਿਆਗ ਆ ਭਾਈ, ਉਹੀ ਮਰਨਾ ਵਾ। ਜਦੋਂ ਸਾਡੀ ਮਨ ਬੁੱਧੀ ਗੁਰਸ਼ਬਦ ਦਾ ਗਿਆਨ ਲੈ ਕੇ ਆਪਦੀ ਹੋਂਦ ਦਾ ਆਪਾ ਤਿਆਗ ਦਿੰਦੇ ਨੇ, ਉਹ ਸਭ ਤੋਂ ਵੱਡੀ ਪ੍ਰਾਪਤੀ ਹੈ ਸੰਸਾਰ ਦੇ ਵਿੱਚ। ਮਨ ਜੀਤੇ ਜਗ ਜੀਤ। ਜਿਨ੍ਹਾਂ ਨੇ ਆਪਦੇ ਮਨ ਨੂੰ ਜਿੱਤ ਲਿਆ,
ਉਹਨਾਂ ਦਾ ਸੰਸਾਰ ਝਗੜਾ ਖਤਮ ਹੋ ਗਿਆ ਭਾਈ। ਉਹਦਾ ਕੋਈ ਝਗੜਾ ਹੀ ਨਹੀਂ ਰਿਹਾ ਹੈਗਾ। ਬਾਣੀ ਮਨ ਨੂੰ ਵਸ ਕਰਨ ਦੀ ਵਿਧੀ ਹੈ। ਮਨ ਵਸਾਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਪੂਰਨ ਕਿਰਪਾ ਲੈਣੀ ਹੈ ਦਾਤੇ ਦੀ, ਰਹਿਮਤ ਲੈਣੀ ਹੈ, ਝੁਕੇ ਰਹਿਣਾ, ਵਿਚਾਰਦੇ ਰਹਿਣਾ, ਭਾਣੇ 'ਚ ਰਹਿਣਾ, ਫਿਰ ਕਿਰਪਾ ਹੁੰਦੀ ਹੈ। ਗੁਰ ਕਿਰਪਾ ਇਹ ਨਰਕੋ ਕੀਨੀ ਤੇ ਯੁਕਤ ਪਛਾਨੀ। ਫਿਰ ਸਾਨੂੰ ਇਹ ਖੇਲ ਸਮਝ ਆਉਣੀ ਹੈ ਗੁਰ ਸ਼ਬਦ ਦੇ ਗਿਆਨ ਨਾਲ। ਤੋਈ ਸਤਿਗੁਰਾਂ ਨੇ ਸਮਝਾਇਆ ਜਿਹੜੇ ਅੰਤਰਬ ਦੇ ਮੂਲ ਨਾਲ ਨਹੀਂ ਜੁੜਦੇ ਉਹ ਫਿਰ ਵਾੜ ਦੇ ਬੂਟੇ ਵਾਂਗੂ ਖੇਤ ਦੇ ਵੀ ਛੱਡੇ ਜਾਂਦੇ ਨੇ। ਕੋਈ ਵੀ ਲੈ ਜੇ ਉਹਨੂੰ, ਇਵੇਂ ਆਪਾਂ ਨੂੰ ਕਾਲ ਲੈ ਜਾਂਦਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ? ਫਲੀਏ ਫੁਲੀਏ ਬੁੱਪੜੇ ਭੀ ਤਨ ਵਿੱਚ ਸਵਾ। ਸਤਿਗੁਰ ਸਮਝਾਉਂਦੇ ਨੇ ਵੱਡਾ ਤਾਂ ਬਹੁਤ ਹੁੰਦਾ ਬੂਟਾ, ਪਰ ਵਿੱਚ ਸਵਾ ਹੀ ਹੁੰਦੀ ਆ। ਇਵੇਂ ਆਪਾਂ ਨੂੰ ਬਾਣੀ ਅਨੇਕਾਂ ਉਪਦੇਸ਼ ਦੇ ਕੇ ਸਮਝਾਉਂਦੀ ਹੈ। ਆਪਾਂ ਬਾਬਾ ਫਰੀਦ ਜੀ ਦਾ ਸਲੋਕ ਲੈਂਦੇ ਹਾਂ। ਫਰੀਦਾ ਧਨ ਜੋਬਨ ਵਡਿਆਈਆਂ ਗਰਭ ਜਿਨਾ ਆਗਾ, ਖਾਲੀ ਚੱਲੇ ਤਣੀ ਜੋ ਟਿੱਬੇ ਮੁਹਾ। ਬਾਣੀ ਗਾ ਕਰਦੀ ਹੈ ਆਪਾਂ ਨੂੰ ਭਾਈ ਬੜੇ ਬੜੇ ਜਿਹੜੇ ਵਡਿਆਈ ਦੇ ਵਿੱਚ ਆਪਣੇ ਧਨ ਦਾ ਮਾਣ ਕਰਦੇ ਨੇ, ਸੰਸਾਰੀ ਵਡਿਆਈ ਦਾ, ਹਕੂਮਤ ਦਾ, ਉਹ ਐਂ ਚਲੇ ਜਾਂਦੇ ਨੇ ਸੰਸਾਰ 'ਚੋਂ ਜਿਵੇਂ ਟਿੱਬੇ 'ਚ ਮੀਂਹ ਪੈਂਦਾ ਵਾ। ਜੇ ਆਪਾਂ ਗੁਰੂ ਨੂੰ ਛੱਡ ਕੇ ਭਟਕਾਂਗੇ, ਧੱਕੇ ਖਾਵਾਂਗੇ, ਤਾਂ ਫਿਰ ਕਾਲ ਕਿਵੇਂ ਛੱਡੂਗਾ ਆਪਾਂ ਨੂੰ? ਇਹ ਤਾਂ ਸਾਰਾ ਕੁਛ ਕਾਲ ਦੇ ਵੱਸ ਹੈ। ਗੁਰੂ ਨੂੰ ਛੱਡ ਕੇ ਆਪਾਂ ਨੂੰ ਘੱਟ ਹੀ ਹੈ। ਗੁਰ ਕੀ ਮਤੁ ਲਿਹੋ ਆਣੇ, ਭਗਤੀ ਵਿਨਾ ਵੈ ਡੁੱਬੇ ਸਿਆਣੇ। ਡੁੱਬ ਗਏ ਭਾਈ ਜਿਨ੍ਹਾਂ ਨੇ ਗੁਰੂ ਛੱਡਤਾ। ਆਪਾਂ ਗੁਰੂ ਦਾ ਪੱਲਾ ਫੜ ਕੇ ਰੱਖਣਾ। ਬਾਂਹ ਪਕੜ ਕਾਢਿਆ, ਬਾਂਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਉਹ ਪਾਰ ਨਿਕਲਣਗੇ, ਮਾਇਆ ਪਾਰ ਹੋਊਗੀ ਉਹਨਾਂ ਦੀ, ਆਪਦੇ ਘਰ ਪਹੁੰਚਣਗੇ, ਨਾਮ ਦੀ ਉਹਨਾਂ ਨੂੰ ਪ੍ਰਾਪਤੀ ਹੋਊਗੀ। ਜਿਹੜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਰਹਿਣਗੇ। ਅੱਗੇ ਆ ਗਏ ਪੌੜੀ। ਆਪੀ ਨੇ ਆਪ ਸਾਜਿਓ, ਆਪੀ ਰਚਿਓ ਨਾਓ, ਦੂਈ ਕੁਦਰਤ ਸਾਜੀਏ, ਕਰ ਆਸਣ ਡਿਠੋ ਸਾਓ। ਕੁਦਰਤ ਨੇ ਸਾਜੀ ਹੈ ਭਾਈ। ਜਦੋਂ ਸਾਜੀ ਉਹਨੇ ਹੈ, ਫਿਰ ਸਾਡਾ ਦਖਲ ਕਿਵੇਂ ਹੋ ਸਕਦਾ ਹੈ? ਸਾਡੀ ਕਿਵੇਂ ਚੱਲ ਸਕਦੀ ਹੈ? ਜਿਹਨੇ ਬਣਾਇਆ ਮਾਲਕ ਨੇ, ਮਾਲਕ ਦੀ ਹੀ ਚੱਲੂਗੀ, ਸਾਡੀ ਕਿਵੇਂ ਚੱਲੂਗੀ? ਪਰ ਫਿਰ ਵੀ ਅਸੀਂ ਹਟਦੇ ਨਹੀਂ। ਕਿਉਂ ਨਹੀਂ ਹਟਦੇ? ਸਾਨੂੰ ਗਿਆਨ ਨਹੀਂ ਹੈਗਾ। ਸਤਿਗੁਰ ਤਾਂ ਸਮਝਾਉਂਦੇ ਨੇ, ਆਪੀ ਨੇ ਆਪ ਸਾਜਿਓ, ਆਪੇ ਰਚਿਓ ਨਾਓ। ਦੋ ਹੁਕਮ ਨੇ ਭਾਈ। ਇੱਕ ਸਾਡਾ ਕਲਪਨ ਹੁਕਮ ਹੈ, ਇੱਕ ਬਾਣੀ ਹੁਕਮ ਹੈ, ਜਿਹੜੀ ਸਾਨੂੰ ਹੁਕਮ ਭਾਵ ਨਾਮ ਨਾਲ ਜੋੜਦੀ ਹੈ। ਜੇ ਅਸੀਂ ਕਲਪਨਾ ਕਰਦੇ ਰਹਿੰਦੇ ਹਾਂ, ਆਪਦੇ ਮਨ ਦੇ ਭਾਣੇ ਪਿੱਛੇ ਚੱਲਦੇ ਹਾਂ, ਤਾਂ ਫਿਰ ਸਾਨੂੰ ਜੰਮਣ ਮਰਨਾ ਭਾਈ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਣਾ। ਫਿਰ ਸਾਨੂੰ ਜੰਮਣ ਮਰਨ ਨੂੰ ਜਾਣਾ ਪਊਗਾ ਭਾਈ। ਗੁਰ ਕੇ ਭਾਣੇ ਜੋ ਚੱਲੇ ਭਾਈ ਬੋਹਿਤ ਬੈਠਾ ਏ। ਜੇ ਆਪਾਂ ਬਾਣੀ ਅਨੁਸਾਰ, ਗੁਰੂ ਦੇ ਬਾਣੀ ਉਪਦੇਸ਼ ਅਨੁਸਾਰ ਚੱਲੇ, ਮਨ ਭਾਣੇ 'ਚ ਰਿਹਾ, ਫਿਰ ਅਸੀਂ ਆਪਦੇ ਘਰ ਪਹੁੰਚ ਜਾਵਾਂਗੇ। ਉਹ ਧਿਆਨ ਦੀ ਦੁਨੀਆ 'ਚ ਪਹੁੰਚ ਜਾਵਾਂਗੇ। ਇਹ ਕੀ ਹੈ? ਕਲਪਨ ਯੁੱਗ, ਕਲਪਨਾ ਦਾ ਜੋ ਕਲਪਨਾ ਕਰਦੇ ਹਾਂ, ਕਾਲ, ਇਹੀ ਤਾਂ ਕਾਲ ਹੈ। ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮੇ ਰਹੇ ਸਮਾਏ। ਮਨ ਬੁੱਧੀ ਨੇ ਆਪਦੀ ਹੋਂਦ ਛੱਡ ਕੇ ਆਪਦੇ ਮੂਲ ਹਰ ਦੇ ਵਿੱਚ ਆਦਿ ਪੁਰਖ 'ਚ ਸਮਾਉਣਾ ਵਾ, ਜਿਹਨੇ ਸਾਜੀ ਹੈ ਹੁਕਮ ਦੇ ਰਾਹੀਂ। ਪਰ ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾ ਰਹੀ ਹੈ। ਆਪੀ ਨੇ ਆਪ ਸਾਜੀ, ਆਪਿਓ ਰਚਿਓ ਨਾਓ, ਦੂਈ ਕੁਦਰਤ ਸਾਜੀਏ, ਕਰ ਆਸਣ ਡਿਠੋ ਚਾਓ। ਆਸਣ ਵਿੱਚ ਉਹਦਾ ਭਾਈ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਸ। ਆ ਜਾਣਾ ਆਪਾਂ ਨੂੰ ਅੱਗੇ ਵਿਚਾਰਾਂਗੇ ਆਪਾਂ। ਦੂਈ ਕੁਦਰਤ ਸਾਜ ਕੇ, ਕਰ ਆਸਣ ਡਿਠੋ ਚਾਓ। ਚਾਓ ਦੇ ਵਿੱਚ ਸਾਰਿਆਂ ਨੂੰ ਦੇ ਰਿਹਾ ਹੋਊਗਾ। ਉਹਦਾ ਸੁਭਾਅ ਆ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਤੋਟ ਨਾ ਵੀ ਅਗਨਤ ਭਰੇ ਭੰਡਾਰ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਸੀਏ, ਜਲ ਮੇ ਜਨ ਤੋਂ ਪਾਏ, ਤਿੰਨਾ ਪੀ ਰੋਜੀ ਦੇ। ਸਾਰਿਆਂ ਨੂੰ ਦਿੰਦਾ ਵਾ। ਆ ਜਾਣਾ ਆਪਾਂ ਨੂੰ ਅਸਲ ਦੀ ਬਾਰੇ 'ਚ ਅੱਗੇ ਆ ਜਾਣਾ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਪ੍ਰਤਪਾਲੇ ਜੀਵਨ ਬਹੁਤ ਭਾਤ। ਜਿਵੇਂ ਜਿਵੇਂ ਬਣਾਏ ਨੇ ਉਹ ਜਿਹਾ ਉਹਨੂੰ ਖੁਰਾਕ ਦਿੰਦਾ, ਸਾਰਿਆਂ ਦਾ ਖਿਆਲ ਰੱਖਦਾ, ਉਹਦੇ ਅੰਦਰ ਚਾਅ ਰਹਿੰਦਾ। ਦਾਤਾ ਕਰਤਾ ਆਪ ਤੂੰ, ਕਰਤਾ ਆਪ ਹੈ ਉਹ, ਤੁਸ ਦੇਵੇ ਕਰੇ ਪਸਾਓ। ਤੇਰੀ ਕਿਰਪਾ ਤੋਂ ਬਿਨਾਂ ਮਨ ਬਚ ਨਹੀਂ ਆਉਂਦਾ, ਭਿੱਜਦਾ ਨਹੀਂ,
ਜਦੋਂ ਟੁੱਟਦਾ ਮਾਂ ਖੁਸ਼ ਹੁੰਦਾ ਮਾਂ ਕਿਹਨਾਂ 'ਤੇ ਖੁਸ਼ ਹੁੰਦਾ ਹੈ? ਜਿਹੜੇ ਤੇਰੀ ਦਿੱਤੀ ਦਾਤ ਨੂੰ ਮਿੱਠਾ ਕਰਕੇ ਮੰਨਦੇ ਨੇ, ਸਤਿਕਾਰ ਕਰਦੇ ਨੇ, ਤੇਰਾ ਜਸ ਕਰਦੇ ਨੇ। ਦਾਤਾ ਜੋ ਤੈਨੂੰ ਦਿੱਤਾ ਸਭ ਠੀਕ ਹੈ, ਘੱਟ ਹੈ ਤਾਂ ਵੀ, ਵੱਧ ਹੈ ਤਾਂ ਵੀ। ਵੱਧਦਾ ਹੰਕਾਰ ਨਹੀਂ, ਘੱਟਦਾ ਦੁੱਖ ਨਹੀਂ। ਉਹਨਾਂ 'ਤੇ ਕਿਰਪਾ ਕਰਦਾ ਹੈ ਤੂੰ, ਜਿਹੜੇ ਤੇਰੇ ਦਿੱਤੇ ਦਾ ਸ਼ੁਕਰ ਕਰਦੇ। ਜਿਹੜਾ ਆਪਾਂ ਕਹਿੰਦੇ ਨਾ ਵਾਹ ਗੁਰੂ ਤੇਰਾ ਸ਼ੁਕਰ ਹੈ, ਉੱਪਰੋਂ ਉੱਪਰੋਂ ਕਹਿੰਦੇ, ਅੰਦਰੋਂ ਕਹਿਣਾ ਭਾਈ। ਉੱਪਰੋਂ ਤਾਂ ਸਾਰੇ ਹੀ ਕਹਿੰਦੇ ਨੇ, ਉਹ ਮਾਇਆ ਜਦੋਂ ਆਉਂਦੀ ਜਦੋਂ ਵੀ ਕਹਿ ਦਿੰਦੇ ਹਾਂ ਅਸੀਂ। ਦੁਈ ਕੁਦਰਤ ਸਾਜੀਏ ਕਰ ਆਸਨ ਡਿੱਟੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੋ ਬਸਾਓ। ਤੂੰ ਜਾਣ ਹੋਈ ਸਭ ਸੇ ਦੇ ਲੇਸੇ ਜਿੰਦ ਕਵਾਓ, ਕਰ ਆਸਨ ਡਿੱਠੋ ਚਾਓ। ਤੂੰ ਸਾਰਿਆਂ ਨੂੰ ਜਾਣਦਾ ਹੈ, ਤੈਂ ਪੈਦਾ ਕੀਤੇ ਨੇ। ਆਪਾਂ ਪਿੱਛੇ ਸੁਖਮਨੀ ਸਾਹਿਬ ਕੀਤੀ, ਉਹਦਾ ਸਲੋਕ ਲੈ ਲੈਣੇ, ਆਪਾਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਆ ਜਾਵੇ। ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਰ ਹਾਰ, ਜਾ ਕੇ ਸਿਮਰਨ ਉਧਰੀਏ ਨਾਨਕ ਤਿਸ ਬਲਿਆ। ਸਾਰੀਆਂ ਕਲਾ ਉਹਦੀਆਂ ਨੇ ਭਾਈ, ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਗਿਆਨ ਨਾਲ। ਆਪਾਂ ਸੋਚ ਵੀ ਨਹੀਂ ਸਕਦੇ, ਆਪਣੀ ਸੋਚ ਤੋਂ ਵੀ ਪਰੇ ਮਹਿਸੂਸ ਵੀ ਨਹੀਂ ਕਰ ਸਕਦੇ। ਉਹ ਆਪ ਹੀ ਜਾਣਦਾ ਹੈ। ਉਹਦੇ ਹੁਕਮ ਨਾਲ ਜੀ ਪੈਦਾ ਹੋ ਜਾਂਦਾ, ਹੁਕਮ ਨਾਲ ਦੀ ਸਮਾਪਤੀ ਹੁੰਦੀ, ਉਹਦੇ ਹੁਕਮ ਨਾਲ ਸਾਹ ਆਉਂਦਾ ਹੈ। ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਬਾਣੀ ਦਾ ਇੱਕ ਹੀ ਟਾਰਗੇਟ ਹੈ, ਕਾਲ ਤੋਂ ਮੁਕਤ, ਜੰਮਣ ਮਰਨ ਖਤਮ, ਭੈ ਤੋਂ ਮੁਕਤ, ਸੰਸਾਰ ਦੀ ਚਿੰਤਾ ਤੋਂ ਮੁਕਤ। ਪਰ ਜੇ ਆਪਾਂ ਗੁਰੂ ਭਗਤਾਂ ਅੰਦਰ ਸਾਰੀ ਰਾਤ 'ਤੇ ਚੱਲਾਂਗੇ। ਜਪਜੀ ਸਾਹਿਬ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਦੁੱਖ ਪਰ ਹਰ ਸੁੱਖ ਕਰ ਲੈ ਜਾ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ ਲੈ ਜਾਂਦੀ ਹੈ, ਪਰ ਅਸੀਂ ਇੱਥੇ ਸਾਰਾ ਕੁਛ ਭਾਲੀ ਜਾਂਦੇ। ਤਾਂ ਮ੍ਰਿਤ ਲੋਕ ਛੱਡਣਾ ਪੈਣਾ ਆਪਾਂ ਨੂੰ। ਇੱਥੇ ਤਾਂ ਸਰੀਰ 'ਚ ਰਹਿੰਦੇ ਪਹਿਲਾਂ ਆਪਾਂ ਆਪਦੇ ਘਰ ਪਹੁੰਚਣਾ। ਜੇ ਘਰ ਨਾ ਪਹੁੰਚੇ ਫਿਰ ਕਾਲ ਨੇ ਲੈ ਜਾਣਾ। ਉਹੀ ਸਤਿਗੁਰ ਸਮਝਾਉਂਦੇ ਨੇ, ਤੂੰ ਜਾਣੋਈ ਸਭ ਸੇ ਦੇ ਲੈਂਸੇ ਜਿੰਦ ਕਵਾਓ, ਕਰ ਆਸਨ ਡਿੱਠੋ ਚਾਓ। ਉਹਦੀ ਦਾਤੇ ਦੀ ਮਿਹਰ ਹੈ ਭਾਈ, ਉਹਦੀ ਕਿਰਪਾ ਨਾਲ ਸਾਡਾ ਜੀਵਨ ਚੱਲਦਾ ਹੈ। ਉਹਦਾ ਆਪਾਂ ਜਸ ਕਰਨਾ ਹੈ। ਜਸ ਕਿਵੇਂ ਕਰਾਂਗੇ? ਜੇ ਗੁਰ ਸ਼ਬਦ ਦੀ ਕਮਾਈ ਕਰਾਂਗੇ। ਕਿਰਪਾ ਕਰੀ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਵੇ। ਉਹਦੀ ਕਿਰਪਾ ਰਹਿਮਤ ਲੈਣੀ ਹੈ। ਇਹ 'ਚੋਂ ਜਿਹੜਾ ਗਿਆਨ ਪੈਦਾ ਹੋਣਾ ਉਹੀ ਲਾਈਟ ਹੈ, ਉਹੀ ਪ੍ਰਕਾਸ਼ ਹੈ। ਗੁਰਬਾਣੀ ਜਗ ਮੇ ਚਾਨਣ ਕਰਮ ਬਸੇ ਮਨ ਆਏ, ਕਿਰਪਾ ਨਾਲ ਬਸਦੀ ਹੈ। ਉਹ ਆਪਾਂ ਕਿਰਪਾ ਲੈਣੀ ਹੈ। ਆਓ ਸਾਰੇ ਮਿਲ ਕੇ ਉਹਨੂੰ ਵਿਚਾਰਦੇ ਰਹੀਏ। ਦੂਆ ਪਾਠ ਆਪਾਂ ਇੰਨਾ ਕਰ ਲੈਣੇ, ਤੀਏ ਪਾਠ 'ਚ ਫਿਰ ਉਹਦੀ ਕਿਰਪਾ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।